वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी। आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदे हां। जुग जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार। सारे उच्चारण करो जी सतनाम वाहिगुरु जी। जिस मैं प्राप्त किछु न होए, हरख हृदय कर त्याग्यो सोए। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु जगत जलंदे दा उद्धार करदियां 9 खंड पृथ्वी 4 चक्कां दा भरमण करदे करदे ये दूसरी उदासी सी जदों सतगुरु जी हसन अबदाल पहुंचे ने, जिसनों आपां पंजा साहब कहने आ। इत्थे आके भाई मरदाना जी ने सतगुरां दे कोलों पानी मंगिया अते सतगुरां ने आख्या मरदानिया पानी तो पहाड़ी ते मिलेगा। उत्थे एक दरवेश फकीर है, वो तैनू पानी देवेगा। भाई मरदाना बड़ी मुश्किल पहाड़ी ते चढ़िया, पर उस फकीर ने पानी नहीं दिता। वापस मुड़ आया, सतगुरां ने फिर कलिया, उसने पानी फिर नहीं दिता। केवल पानी नहीं दिता, उसने पानी की थां ते पुछना शुरू कर दिता, तेरा देश केड़ा है, तेरा नां की है, तेरे नाल कौन है। जदों भाई मरदाने ने दसिया कि मेरे नाल पीरां दा पीर है, मुर्शद गुरु नानक है,
ਜਿਸ ਨੂੰ ਹਿੰਦੂ ਲੋਕ ਗੁਰੂ ਕਹਿੰਦੇ ਨੇ, ਮੁਸਲਮਾਨ ਪੀਰ ਕਹਿੰਦੇ ਨੇ। ਗੁਰੂ ਦੀ ਸ਼ੋਭਾ ਉਹ ਆਪਣੇ ਆਪ ਨੂੰ ਵਲੀ ਅਖਵਾਉਣ ਵਾਲਾ ਜਿਹੜਾ ਕੰਧਾਰ ਤੋਂ ਆਇਆ ਕੰਧਾਰੀ ਸੀ, ਉਹ ਬਰਦਾਸ਼ਤ ਨਹੀਂ ਕਰ ਸਕਿਆ। ਜਦੋਂ ਸਤਿਗੁਰੂ ਦੇ ਕੋਲ ਦੂਸਰੀ ਵਾਰੀ ਭਾਈ ਮਰਦਾਨਾ ਆਇਆ, ਸਤਿਗੁਰਾਂ ਨੇ ਆਪਣੇ ਹੱਥ ਵਾਲੇ ਕੁੱਤਕੇ ਨੂੰ ਪਹਾੜ ਦੇ ਮੁੱਢ ਵਿੱਚ ਮਾਰਿਆ, ਉੱਥੋਂ ਪਾਣੀ ਦਾ ਚਸ਼ਮਾ ਫੁੱਟ ਪਿਆ। ਹੁਣ ਉਸ ਫਕੀਰ ਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਪਾਣੀ ਥੱਲੇ ਫੁੱਟਿਆ ਹੈ, ਇਹ ਥੱਲੇ ਵਾਲੇ ਪੀਰ ਦੀ ਸ਼ਕਤੀ ਹੈ। ਉਸਨੇ ਗੁਰੂ ਜੀ ਨੂੰ ਮਾਰਨ ਵਾਸਤੇ ਅਤੇ ਉਹ ਜਿਹੜਾ ਪਾਣੀ ਵਗਦਾ ਸੀ ਉਹਨੂੰ ਬੰਦ ਕਰਨ ਵਾਸਤੇ ਉੱਤੋਂ ਇੱਕ ਪਹਾੜੀ ਇੱਕ ਪੱਥਰ ਰੋੜਿਆ। ਹੁਣ ਇਹ ਉਹਦੀ ਕਰਾਮਾਤ ਸੀ। ਗੁਰੂ ਜੀ ਨੇ ਅੱਗੇ ਹੱਥ ਕਰਕੇ ਉਸ ਪੱਥਰ ਨੂੰ ਰੋਕ ਦਿੱਤਾ। ਇਹ ਗੱਲ ਫਕੀਰ ਨੂੰ ਸਮਝ ਆ ਗਈ ਕਿ ਮੇਰਾ ਸੁੱਟਿਆ ਪੱਥਰ ਜਿਹੜਾ ਹੈ ਉਹ ਗੁਰੂ ਜੀ ਨੇ ਰੋਕ ਦਿੱਤਾ ਹੈ। ਜਿਹੜੇ ਉਹਦੇ ਕੋਲੇ ਕੋਈ ਮੰਤਰ ਛਿਲੇ ਹੋਣਗੇ ਉਹਨੇ ਸਾਰੇ ਪੜ੍ਹੇ, ਪਰ ਇਹ ਹੁਣ ਉਹਦੇ ਕੰਮ ਨਹੀਂ ਆਏ। ਨਤੀਜਾ ਇਹ ਨਿਕਲਿਆ ਕਿ ਅਖੀਰ ਜਦੋਂ ਥੱਕ ਗਿਆ, ਖੁਦ ਪਹਾੜੀ ਤੋਂ ਥੱਲੇ ਉਤਰਦਾ ਹੈ, ਪਰ ਥੱਲੇ ਉਤਰਨ ਤੋਂ ਬਾਅਦ ਫਿਰ ਉਹਨੇ ਕੋਈ ਐਕਸਰਸਾਈਜ਼ ਨਹੀਂ ਕੀਤੀ। ਫਿਰ ਕੋਈ ਉਹਨੇ ਆਪਣੀ ਤਾਕਤ ਵਿਖਾਉਣੀ, ਕੋਈ ਕਿਸੇ ਤਰ੍ਹਾਂ ਦੀ ਬਹਿਸ ਮਵੈਸ ਕਰਨੀ, ਇਹ ਨਹੀਂ ਕੀਤੀ। ਗੁਰੂ ਦੇ ਚਰਨਾਂ ਤੇ ਢਹਿ ਪਿਆ। ਸਭ ਤੋਂ ਪਹਿਲਾਂ ਉਸਨੇ ਇਸ ਗੱਲ ਦੀ ਮਾਫੀ ਮੰਗੀ ਕਿ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ। ਫਿਰ ਉਸਨੇ ਕਿਹਾ ਜੀ ਮੈਨੂੰ ਉਪਦੇਸ਼ ਦਿਓ, ਮੈਨੂੰ ਪਰਲੋਕ ਦਾ ਸੁੱਖ ਚਾਹੀਦਾ, ਕਿਉਂਕਿ ਲੋਕ ਦਾ ਤੋਂ ਛੱਡ ਕੇ ਬੈਠਾ ਸੀ। ਅੱਜ ਵੀ ਜਿਹੜੇ ਤੁਹਾਨੂੰ ਸਾਧੂ ਸੰਤ ਲੋਕ ਮਿਲਦੇ ਨੇ, ਇਹ ਤੁਰੇ ਇੱਥੋਂ ਹੀ ਨੇ। ਘਰ ਛੱਡਿਆ, ਪਰਿਵਾਰ ਛੱਡਿਆ, ਕਾਰੋਬਾਰ ਛੱਡਿਆ, ਜ਼ਮੀਨ ਛੱਡੀ। ਇਹ ਵੱਖਰੀ ਗੱਲ ਹੈ ਕਿ ਉਹ ਮੁੜ ਕੇ ਏਡੇ ਵੱਡੇ ਇੱਕ ਅੰਪਾਇਰ ਦੇ ਮਾਲਕ ਬਣ ਗਏ ਕਿ ਉਹਨਾਂ ਦੀ ਟਰਨਓਵਰ ਹੀ ਕਈ ਕਰੋੜਾਂ ਵਿੱਚ ਚਲੀ ਗਈ। ਆਏ ਛੱਡ ਕੇ ਸੀ, ਪਰ ਅੱਗੋਂ ਉਹਨਾਂ ਨੂੰ ਜ਼ਿਆਦਾ ਟੱਕਰ ਗਿਆ। ਫਕੀਰੀ ਵਾਲੀ ਗੱਲ ਤੇ ਰਹੀ ਨਾ। ਪਰ ਅਮੂਮਨ ਜਿਹੜਾ ਫਕੀਰ ਹੁੰਦਾ ਹੈ ਉਹਦੀ ਨਿਸ਼ਾਨੀ ਇਹੀ ਹੁੰਦੀ ਹੈ ਕਿ ਉਹ ਲੋਕ ਦੇ ਸੁੱਖ ਛੱਡ ਕੇ ਉਹ ਆਪਣਾ ਪਰਲੋਕ ਸਵਾਰਨ ਵਾਲੇ ਪਾਸੇ ਤੁਰਦਾ ਹੈ। ਹੁਣ ਇਹ ਜਿਹੜਾ ਫਕੀਰ ਸੀ, ਇਹਨੇ ਗੁਰੂ ਜੀ ਕੋਲੋਂ ਉਪਦੇਸ਼ ਮੰਗਿਆ, ਬੜੀਆਂ ਬੇਨਤੀਆਂ ਕੀਤੀਆਂ, ਘਗਿਆਇਆ, ਤੇ ਗੁਰੂ ਜੀ ਨੇ ਕਿਹਾ, ਕਹਿਣ ਲੱਗੇ ਸਾਈਂ ਇੰਨਾ ਉੱਚਾ ਪਹਾੜ ਤੇ ਬੈਠਾ ਤੇ ਈਰਖਾ ਕਾਹਦੀ? ਈਰਖਾ ਕੀ ਹੁੰਦੀ ਪਤਾ ਹੈ ਤੁਹਾਨੂੰ? ਈਰਖਾ ਹੁੰਦੀ ਪਰਸਨੈਲਿਟੀ ਕ੍ਰੈਸ਼, ਕਿ ਦੂਜਾ ਮੇਰੇ ਵਰਗਾ ਕਿਵੇਂ ਹੋ ਸਕਦਾ ਹੈ। ਦਰਾਣੀ ਜਠਾਣੀ ਦਾ ਕੀ ਹੈ? ਪਰਸਨੈਲਿਟੀ ਕ੍ਰੈਸ਼। ਹੋਰ ਕੀ ਹੈ? ਦੋ ਵਪਾਰੀਆਂ ਦਾ ਆਪਸ ਵਿੱਚ ਕੀ ਹੈ? ਦੋ ਆਫੀਸਰਾਂ ਦਾ ਆਪਸ ਵਿੱਚ ਕੀ ਹੁੰਦਾ? ਕਦੇ ਜੂਨੀਅਰ ਸੀਨੀਅਰ ਦੀ ਲੜਾਈ ਨਹੀਂ ਹੁੰਦੀ। ਇਹ ਹਮੇਸ਼ਾ ਬਰਾਬਰਤਾ ਦੀ ਗੱਲ ਹੈ। ਸਤਿਗੁਰੂ ਕਹਿੰਦੇ ਸਾਈਂ ਤੇਰੇ 'ਚ ਮਤਸਰ ਕਿਉਂ ਆਇਆ ਬਈ? ਤੇ ਕੱਲ ਇੱਥੇ ਆਪਾਂ ਨੇ ਕਥਾ ਸਮਾਪਤ ਕੀਤੀ ਸੀ। ਅਸੀਂ ਸੋਚਦੇ ਵੀ ਝੂਠ ਬੋਲਣਾ, ਚੋਰੀ ਕਰਨੀ, ਕਿਸੇ ਦਾ ਮਰਡਰ ਕਰ ਦੇਣਾ, ਕਿਸੇ ਨੂੰ
कोई चोट मार देनी, किसी दे पैसे मार लेने, ये पाप है। देखो ये विच फिर कोई ना कोई रीजन हो सकता है। तुसी कह सकते हो कि ये बाप ने मेरे मारे सी, मैं ये मार ले, इन्हें किसी वेले मेरे नाल इंज कीता सी, मैं इंज कर दिता। ईरखा दे विच रीजन कोई नहीं है। जदों भी तुसी ईरखा करते हो, अज तुसी नोट कर लेनी मेरी बेनती, तुसी जिंदगी की पड़चोल करो, फिर पता लगेगा भी ये ईरखा तुहाडी बिना कारण सी, बनती नहीं सी, पर तुसी करी गए। और ईरखा का जिहड़ा वन वे ट्रैफिक की है पता है तुहानू? दूजी हर चीज़ नाल सामने वाले नू तकलीफ होंदी, मैं तुहाडे पैसे मार लाए, जिथे मैं गलत होया उत्थे तुहाडा भी नुकसान हो गया, तुहाडे पैसे चले गए। ईरखा विच दूजे का कुछ भी नहीं जाता। ईरखा करन वाले दा खून सड़दा है, ईरखा करन वाला चिड़चिड़ा हो जाता है, ईरखा करन वाला अपने अंदर एवें क्रोध वैर कई चीज़ां बन लैंदा है, तो कई बार सामने वाले नूं पता भी नहीं होंदा भी ये मेरे नाल ईरखा करदा है। मतलब हर चीज़ का कोई काज होएगा ना, ईरखा का नो काज कोई है ही नहीं, कारण ही नहीं बनता, बंदा फिर भी ईरखा करी जाता है। फिर अगली गल सुन लेना, जिहड़ी गल गुरबाणी ने कही है, हर बंदे का भला हो सकता है, ईरखा करने वाले का भला नहीं होता। उसका कारण कि जिहदे नाल तुसी ईरखा कीती है, उन्हें तो तेरा कीता ही कुछ नहीं। देखो ना, तुसी मैनू एक गाली दी, मैं तुहानू दो दे देगा। तुसी मैनू एक थप्पड़ मारिया, मैं चार मार देते। ईरखा दे विच कुछ भी नहीं है। अगले ने तुहानू गाली नहीं दी, थप्पड़ नहीं मारिया, तुहाडा नुकसान नहीं किया, कदे हो सकदा तुहानू मिलिया भी ना होवे बंदा, तुसी फिर भी ईरखा करी जाते हो। हुण ये मैं आप जी नूं दसदा, तुसी सड़क ते जा रहे हो, गड्डी चला रहे हो, तुहाडी गड्डी की स्पीड 60 70 80 90 है, मगरों एक बंदा आया 100 की स्पीड से अगे लंघ गया। हुण उहनूं काहली होएगी, तुहानूं नहीं होएगी। हुण तुसीं की किया, लै वेखी ये मरेगा अगे जाके। अच्छा, मैं कईयां दा होर वेखिया जी, अगले की 100 स्पीड वेख के अपनी भी कर लैणगे, वो किसी दे वजे ना वजे अपनी गड्डी मार बैणगे। हालांकि उन्हें स्पीड तुहाडे करके नहीं की, उहदे अपने रीजन होणगे, तो तुसीं सोचा भी शायद मेरी बेइज्जती करके चलिया, इहनूं गड्डी ज़्यादा भजाउणी आउंदी, मैनूं नहीं भजाउणी आउंदी, तुसीं एवें कंपीटीटर बन गए उहदे। सतगुरु की बाणी च लिखिया है, जिस अंदर तात पराई होवे तिसदा कदे ना होवी भला। वली कंधारी नूं समझ आ गई, इत्थों अज की कथा आरंभ है। गुरु जी ने उन्होंने उपदेश दिता। वेखो उपदेश कितना सौखा है। एडी वड्डी बीमारी है जिहदे लई कल भी 15-20 मिनट लाए, मैं अज फिर लाए ने। हुण इहदा इलाज कितना सौखा है। बीमारी वड्डी है पर इहदा ट्रीटमेंट, इहदी दवाई बिल्कुल छोटी जी दवाई है। हाँ जी, जिस मह प्रापत किछु न होए, हर खरीदै कर त्याग्यो सोए। सतगुरु कहंदे ईरखा विचों बंदिया तैनूं कुछ भी नहीं मिलना। इहदे तो बचन का तरीका की है? तू दूजे नाल ईरखा करन दी थां ते तू खुश होना शुरू कर दे। मैं कल भी बेनती की सी भी तुहाडे पिंड किसी ने कोठी पाई। हुण एक ईरखा ये भी है भी कल इहदा प्यो लोकां दे ढग्गे मंगदा फिरदा सी, अज मुंडे ने चवारा पा लिया। ये ईरखा है। तो ईरखा तो बचन का तरीका की है? तरीका यह है भी किसी दोस्त मित्र नूं कहना भी भरा कदों आएगा पिंड, साडे पिंड ने एक कोठी बनी है,
ਸਾਡੇ ਪਿੰਡ ਦੇ ਇੱਕ ਮੁੰਡੇ ਨੇ ਅਮਰੀਕਾ ਗਿਆ ਸੀ, ਤੇ ਤੂੰ ਆ ਮੈਂ ਤੈਨੂੰ ਵਿਖਾਵਾਂ ਵੀ ਕਮਾਲ ਦੀ ਕੋਠੀ ਹੈ। ਲੈ, ਈਰਖਾ ਖਤਮ ਹੋ ਗਈ। ਤੁਸੀਂ ਖੁਸ਼ ਹੋਣਾ ਸ਼ੁਰੂ ਕਰ ਦਿਓ। ਕਿਸੇ ਨੇ ਤੁਹਾਡੇ ਪਿੰਡ 'ਚ ਮਹਿੰਗੀ ਕਾਰ ਲੈ ਆਂਦੀ, ਕਰੋੜ 2 ਕਰੋੜ ਦੀ, ਬਜਾਏ ਕਿ ਤੁਸੀਂ ਈਰਖਾ ਕਰੋ ਜੀ ਇਹਨਾਂ ਦਾ ਪਿਓ ਤੇ ਗੱਡੇ ਵਾਹੁੰਦਾ ਹੁੰਦਾ ਸੀ, ਉਹ ਤਾਂ ਸਾਈਕਲ ਵੀ ਮੰਗ ਕੇ ਚਲਾਉਂਦਾ ਸੀ, ਇਹਨਾਂ ਨੂੰ ਕਾਰ ਕਿੱਥੋਂ ਮਿਲ ਗਈ। ਨਹੀਂ, ਇਹਦੇ ਤੋਂ ਦੂਜਾ ਤਰੀਕਾ ਵੀ ਹੈਗਾ ਕਿ ਜਿੱਥੇ ਜਾਓ ਉੱਥੇ ਜਾ ਕੇ ਦੱਸੋ ਵੀ ਭਾਈ ਮੇਰਾ ਅਮਕਾ ਜ਼ਿਲ੍ਹਾ ਹੈ ਤੇ ਸਾਡੇ ਜ਼ਿਲ੍ਹੇ 'ਚ ਜਿਹੜੀ ਸਭ ਤੋਂ ਮਹਿੰਗੀ ਕਾਰ ਮੇਰੇ ਪਿੰਡ 'ਚ ਹੈ। ਲਾਪੇ ਖਤਮ ਹੋ ਗਈ ਈਰਖਾ। ਈਰਖਾ ਤੋਂ ਬਚਣ ਦਾ ਤਰੀਕਾ ਹੈ ਕਿ ਤੁਸੀਂ ਕਿਸੇ ਦੀ ਖੁਸ਼ੀ ਵਿੱਚ ਸ਼ਾਮਲ ਹੋ ਜਾਓ, ਉਹਦੀ ਖੁਸ਼ੀ ਵਿੱਚ ਖੁਸ਼ ਰਹਿਣਾ ਸ਼ੁਰੂ ਕਰ ਦਿਓ। ਇਹ ਈਰਖਾ ਦਾ ਛੋਟਾ ਜਿਹਾ ਇਲਾਜ ਹੈ। ਕੋਈ ਮੈਡੀਸਨ ਨਹੀਂ ਹੈ, ਕੋਈ ਸਰਜਰੀ ਨਹੀਂ ਹੈ, ਕੋਈ ਇਹਦਾ ਪ੍ਰਾਣਾਯਾਮ ਨਹੀਂ ਕਰਨਾ ਪੈਣਾ ਤੁਹਾਨੂੰ, ਇਹਦੀ ਕੋਈ ਐਕਸਰਸਾਈਜ਼ ਨਹੀਂ, ਸਿਰਫ ਇੰਨੀ ਹੈ ਅਗਲੇ ਦੀ ਖੁਸ਼ੀ ਵਿੱਚ ਸ਼ਾਮਲ ਹੋ ਜਾਓ, ਤੁਹਾਡੀ ਈਰਖਾ ਖਤਮ ਹੋ ਗਈ। ਹਾਂਜੀ। ਹਰ ਦਮ ਯਾਦ ਖੁਦਾਏ ਕਰੀਜੈ, ਮਾਨੁਖ ਤਨ ਸਫਲੋ ਕਰ ਲੀਜੈ। ਹਰ ਵਕਤ ਸਾਈਂ ਪਰਮੇਸ਼ਰ ਨੂੰ ਯਾਦ ਕਰੀ। ਰੱਬ ਦੀ ਬੰਦਗੀ ਕਰੇਗਾ ਤੇ ਤੇਰਾ ਤਨ, ਤੇਰਾ ਸਰੀਰ ਸਫਲ ਹੋ ਜਾਏਗਾ। ਇਹ ਜਿਹੜਾ ਮਨੁੱਖਾ ਸਰੀਰ ਮਿਲਿਆ ਹੈ, ਇਹ ਰੱਬ ਦੀ ਪ੍ਰਾਪਤੀ ਵਾਸਤੇ ਹੈ। ਹੁਣ ਇਹ ਰਸਤੇ ਦੀਆਂ ਚੀਜ਼ਾਂ ਨੇ ਵੀ ਤੁਸੀਂ ਵਿਆਹ ਕਰ ਲਿਆ, ਬੱਚੇ ਪੈਦਾ ਕਰ ਲਏ, ਘਰ ਬਣਾ ਲਿਆ, ਤੁਸੀਂ ਪੜ੍ਹਾਈ ਕਰ ਲਈ, ਤੁਸੀਂ ਨੌਕਰੀ ਲੱਗ ਗਏ, ਤੁਸੀਂ ਕਾਰੋਬਾਰ ਖੋਲ੍ਹ ਲਿਆ, ਇਹ ਰਸਤੇ ਦੀਆਂ ਚੀਜ਼ਾਂ ਨੇ। ਤੇ ਸਿੱਖ ਧਰਮ ਦੀ ਵਡਿਆਈ ਹੈ ਵੀ ਇਹਨਾਂ ਚੀਜ਼ਾਂ ਨੂੰ ਉਹ ਮਨਾ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਬਿਲਕੁਲ ਨਹੀਂ ਕਹਿੰਦੇ ਵੀ ਤੇਰੇ 2 ਪੁੱਤਰ ਹੋ ਗਏ ਵੀ ਤੂੰ ਤੇ ਨਰਕਾਂ ਨੂੰ ਜਾਏਗਾ, ਤੇਰਾ ਤੇ ਕਾਰੋਬਾਰ ਹੀ ਬੜਾ ਵੱਡਾ ਹੈ, ਤੈਨੂੰ ਤਾਂ ਸਵਰਗ ਮਿਲੇਗਾ ਹੀ ਨਹੀਂ। ਸਿੱਖ ਧਰਮ ਦੀ ਇਹ ਵਡਿਆਈ ਹੈ ਕਿ ਤੁਹਾਨੂੰ ਰਸਤੇ ਦੀਆਂ ਚੀਜ਼ਾਂ ਦਾ ਕੋਈ ਦੁੱਖ ਨਹੀਂ ਹੈ। ਸਿਰਫ ਧਿਆਨ ਇੰਨਾ ਰੱਖਣਾ ਵੀ ਤੁਹਾਡੀ ਮੰਜ਼ਿਲ ਇਹ ਨਹੀਂ ਹੈ, ਮੰਜ਼ਿਲ ਤੁਹਾਡੀ ਰੱਬ ਦੀ ਪ੍ਰਾਪਤੀ ਹੈ। ਤੇ ਰੱਬ ਦੀ ਪ੍ਰਾਪਤੀ ਰੱਬ ਦੀ ਬੰਦਗੀ ਤੋਂ ਬਿਨਾ ਹੋ ਨਹੀਂ ਸਕਦੀ। ਇੱਕ ਦੂ ਜੀਭੋਂ ਲੱਖ ਹੋਹੈ, ਲੱਖ ਹੋਵੇਂ ਲੱਖ 20, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਇਹ ਤਰਾ ਪਤ ਪਵੜੀਆਂ ਚੜੀਏ ਹੋਏ 21। ਹਾਂਜੀ। ਇਤਿਆਦਿਕ ਗੁਰ ਕਹਿਬੋ ਮਾਨਿਓ, ਪਦ ਪੰਕਜ ਪ੍ਰਣਾਮ ਸੁਠਾਨਿਓ। ਇਸ ਤਰ੍ਹਾਂ ਜਿਹੜਾ ਵਲੀ ਕੰਧਾਰੀ ਸੀ, ਉਹਨੇ ਗੁਰੂ ਦੇ ਬਚਨ ਮੰਨ ਲਏ। ਉਹਨੂੰ ਇੱਕੋ ਹੀ ਬਿਮਾਰੀ ਸੀ, ਸਿਰਫ ਈਰਖਾ ਦੀ, ਬਾਕੀ ਕੋਈ ਹੈ ਹੀ ਨਹੀਂ ਸੀ। ਉਹ ਰਹਿੰਦਾ ਹੀ ਪਹਾੜ ਤੇ ਸੀ, ਤੇ ਪਹਾੜ ਜਿਹੜਾ ਸੀ ਉਹ ਧਰਤੀ ਤੋਂ 1 ਮੀਲ ਉੱਚਾ ਸੀ। ਹੁਣ 1 ਕੋਸ, ਉੱਥੋਂ ਤੱਕ ਕੌਣ ਜਾਏ? ਕੋਈ ਜਾਂਦਾ ਹੀ ਨਹੀਂ ਸੀ। ਨਾ ਉਹਨੂੰ ਕੋਈ ਮਿਲੇ, ਨਾ ਉਹਦਾ ਕਿਸੇ ਨਾਲ ਕੋਈ ਵੈਰ ਵਿਰੋਧ ਹੋਵੇ। ਸਿਰਫ ਇੱਕ ਚੀਜ਼ ਉਹਦੇ ਕੋਲੇ ਅਜੇ ਬਾਕੀ ਸੀ, ਦੋਸ਼। ਉਹ ਸੀ ਕਿ ਮੇਰੇ ਬਰਾਬਰ ਦੂਜਾ ਕੌਣ ਹੋ ਸਕਦਾ ਹੈ। ਨਿੰਦਿਆ ਚੁਗਲੀ ਉਹ ਕਰਦਾ ਨਹੀਂ ਸੀ, ਹੇਰਾ ਫੇਰੀ ਉਹਨੂੰ ਕਰਨ ਦੀ ਲੋੜ ਕੋਈ ਨਹੀਂ ਸੀ। ਧਰਤੀ ਤੇ ਉਹ ਰਹਿੰਦਾ ਨਹੀਂ ਸੀ, ਬਹੁਤੀਆਂ ਇਛਾਵਾਂ ਆਕਾਂਖਾ ਉਹਦੀਆਂ ਹੈ ਨਹੀਂ ਸਨ। ਇੱਕ ਈਰਖਾ ਹੀ ਈਰਖਾ ਸੀ, ਉਹਨੇ ਛੱਡ ਦਿੱਤੀ ਗੁਰੂ ਦੇ ਚਰਨਾਂ ਤੇ ਢਹਿ ਪਿਆ। ਪਦ ਪੰਕਜ ਪ੍ਰਣਾਮ ਸੋ ਠਾਨਿਓ, ਕਹਿਣ ਲੱਗਾ ਜੀ ਮੈਂ ਤੁਹਾਨੂੰ ਆਪਣਾ ਮੁਰਸ਼ਿਦ ਮੰਨਿਆ। ਹਾਂਜੀ। ਆਪਣੇ ਪੀਰ ਕਰੇ ਧਰ ਪ੍ਰੇਮਾ, ਪ੍ਰਾਪਤ ਭਈ ਅਧਿਕ ਤਿਸ ਛੇਮਾ। ਇਸ ਤਰ੍ਹਾਂ ਉਹ ਫਿਰ ਮੁਕਤੀ ਦਾ ਅਧਿਕਾਰੀ ਬਣਿਆ। ਜਦੋਂ ਉਸ ਵਲੀ ਕੰਧਾਰੀ ਨੇ ਗੁਰੂ ਨਾਨਕ ਨੂੰ ਆਪਣਾ ਪੀਰ ਮੰਨ ਲਿਆ, ਜਦੋਂ ਉਸ ਵਲੀ ਕੰਧਾਰੀ ਨੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਮੁਰਸ਼ਿਦ ਤਸਲੀਮ ਕਰ ਲਿਆ। ਹਾਂਜੀ। ਰਹਿਓ ਪੀਰ ਤਿਸ ਥਾਨ ਹੀ, ਗੁਰੂ ਕੀਨ ਪ੍ਰਸਥਾਨ। ਇਸ ਤਰ੍ਹਾਂ ਜਿਹੜਾ ਪੀਰ ਸੀ ਉਹ ਉੱਥੇ ਹੀ ਰਿਹਾ ਜਿੱਥੇ ਰਹਿੰਦਾ ਸੀ। ਉਹ ਗੁਰੂ ਜੀ ਅੱਗੇ ਚਲੇ ਗਏ। ਹਾਂਜੀ। ਹੈ ਅਬ ਲਗ ਸੋ ਜਗਤ ਮਹਿ, ਜਲ ਪ੍ਰਵਾਹ ਤਿਸ ਥਾਨ। ਅੱਜ ਵੀ ਪੰਜਾ ਸਾਹਿਬ ਉੱਥੇ ਹੀ ਹੈ, ਅੱਜ ਵੀ ਉਹ ਜਲ ਦਾ ਚਸ਼ਮਾ ਉੱਥੇ ਹੀ ਹੈ।
ਅੱਜ ਵੀ ਉਹ ਪਾਣੀ ਦਾ ਪ੍ਰਵਾਹ ਉੱਦਾਂ ਹੀ ਚੱਲਦਾ ਹੈ। ਤੁਹਾਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਬਰਤਾਂਤ ਵਿੱਚ ਇੱਕ ਹਿੰਦੁਸਤਾਨ ਦੇ ਵਿੱਚ ਵੀ ਕਿਹਾ ਜਾਂਦਾ ਹੈ, ਜਿਹੜਾ ਨਾਨਕ ਝੀਰਾ ਸਾਹਿਬ ਹੈ ਨਾ, ਆਮ ਸ਼ਰਧਾਵਾਨ ਸਿੱਖ ਕਹਿੰਦੇ ਨੇ ਵੀ ਇਹ ਗੁਰੂ ਸਾਹਿਬ ਦਾ ਦੂਜਾ ਪੰਜਾ ਸਾਹਿਬ ਹੈ। ਇੱਕ ਚਸ਼ਮਾ ਹਸਨ ਅਬਦਾਲ ਵਿੱਚ ਹੈ ਤੇ ਦੂਜਾ ਚਸ਼ਮਾ ਜਿਹੜਾ ਸੀ ਸਤਿਗੁਰੂ ਜੀ ਨੇ, ਇਹ ਇਧਰ ਦੀ ਬੋਲੀ ਹੈ, ਇਹ ਉਹਨੂੰ ਝੀਰਾ ਕਹਿੰਦੇ ਨੇ। ਜਿਵੇਂ ਕਿਤੇ ਤੁਸੀਂ ਚਸ਼ਮਾ ਕਹਿ ਦਿਓ, ਕਿਤੇ ਤੁਸੀਂ ਪਹਾੜ ਦੇ ਵਿੱਚੋਂ ਨਿਕਲਦਾ ਪਾਣੀ ਉਹਨੂੰ ਧਾਰ ਕਹਿ ਦਿਓ, ਕਈ ਜਗ੍ਹਾ ਧਾਰ ਵੀ ਕਹਿੰਦੇ ਨੇ, ਚਸ਼ਮਾ ਵੀ ਕਹਿੰਦੇ ਨੇ। ਇਸੇ ਤਰ੍ਹਾਂ ਇੱਧਰ ਕਰਨਾਟਕਾ ਦੇ ਵਿੱਚ ਉਹਨੂੰ ਝੀਰਾ ਕਹਿੰਦੇ ਨੇ। ਤਾਂ ਕਵੀ ਜੀ ਕਹਿੰਦੇ ਅੱਜ ਵੀ ਉਹ ਪੰਜਾ ਸਾਹਿਬ ਦਾ ਜਿਹੜਾ ਚਸ਼ਮਾ ਹੈ ਅੱਜ ਵੀ ਵਗਦਾ ਹੈ। ਅੱਜ ਵੀ ਸੰਸਾਰ ਉੱਥੋਂ ਜਾ ਕੇ ਗੁਰੂ ਦੀ ਕਿਰਪਾ ਦਾ ਇਹ ਜਲ ਪ੍ਰਾਪਤ ਕਰਦੇ ਨੇ। ਹਾਂਜੀ। ਜਹ ਕਾਬਲ ਕੋ ਨਗਰ ਸੁਹਾਵਾ, ਤਿਸ ਮਹਿ ਪ੍ਰਵਸ਼ੇ ਦੁਖ ਬਨ ਦਾਵਾ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੋਂ ਹਸਨ ਅਬਦਾਲ ਤੋਂ ਅੱਗੇ ਚੱਲੇ, ਅੱਗੇ ਪਹੁੰਚੇ ਜਿੱਥੇ ਕਾਬਲ ਹੈ। ਅਫਗਾਨਿਸਤਾਨ ਦਾ ਇੱਕ ਸ਼ਹਿਰ ਹੈ ਕਾਬਲ। ਤਹਿ ਮੈਂ ਪ੍ਰਵੇਸ਼ੇ ਦੁਖ ਬਨ ਦਾਵਾ। ਕੌਣ ਪਹੁੰਚੇ ਨੇ? ਗੁਰੂ ਨਾਨਕ ਸਾਹਿਬ। ਕੌਣ ਨੇ ਗੁਰੂ ਨਾਨਕ ਸਾਹਿਬ? ਜਿਹੜੇ ਦੁੱਖਾਂ ਦੇ ਜੰਗਲ ਨੂੰ ਸਾੜਨ ਦੇ ਸਮਰੱਥ ਨੇ, ਜਿਹੜੇ ਦੁੱਖਾਂ ਦੇ ਜੰਗਲ ਨੂੰ ਖਤਮ ਕਰਨ ਦੀ ਸ਼ਕਤੀ ਰੱਖਦੇ ਨੇ। ਹਾਂਜੀ। ਇਕ ਮਸੀਤ ਅਵਲੋਕੀ ਨੀਕੀ, ਬੈਠਕ ਹੋਤੀ ਤੁਰਕ ਸਭ ਹੀ ਕੀ। ਕਾਬਲ ਵਿੱਚ ਜਾ ਕੇ ਸਤਿਗੁਰਾਂ ਨੇ ਕੀ ਵੇਖਿਆ? ਇੱਕ ਮਸੀਤ ਹੈ। ਮਸੀਤ ਦੇ ਵਿੱਚ ਬੜੇ ਸਾਰੇ ਮੁਸਲਮਾਨ ਬੈਠੇ ਨੇ। ਹਾਂਜੀ। ਤਿਸ ਕੇ ਮਦ ਜਾਏ ਕੇ ਡੇਰਾ, ਆਨ ਮੁੱਲਾ ਨੇ ਗੁਰ ਕੋ ਹੇਰਾ। ਸਤਿਗੁਰੂ ਜੀ ਉਸ ਮਸੀਤ ਦੇ ਅੰਦਰ ਗਏ ਜਿੱਥੇ ਬਾਕੀ ਮੁਸਲਮਾਨ ਬੈਠੇ ਸੀ, ਉੱਥੇ ਜਾ ਕੇ ਸਤਿਗੁਰੂ ਬਹਿ ਗਏ। ਜਿਵੇਂ ਹੀ ਸਤਿਗੁਰੂ ਜੀ ਮੁਸਲਮਾਨਾਂ ਦੇ ਵਿੱਚ ਜਾ ਕੇ ਬੈਠੇ, ਜਿਹੜਾ ਉਸ ਮਸਜਿਦ ਦਾ ਮੁਲਾਣਾ ਸੀ, ਉਹਨੇ ਬੜੇ ਧਿਆਨ ਨਾਲ ਵੇਖਿਆ ਵੀ ਇਹ ਤੇ ਬੰਦਾ ਕੋਈ ਬਾਹਰ ਦਾ, ਇਹ ਤਾਂ ਕੋਈ ਅਜਨਬੀ ਹੈ, ਕੋਈ ਰਾਹਗੀਰ ਮੁਸਾਫਰ ਹੈ, ਨਾ ਤੇ ਮੁਸਲਮਾਨ ਹੈ ਨਾ ਇੱਥੋਂ ਦਾ ਰਹਿਣ ਵਾਲਾ ਹੈ। ਕਿਉਂਕਿ ਉਹ ਮੁਲਾਣਾ ਉੱਥੋਂ ਦਾ ਰਹਿਣ ਵਾਲਾ, ਉਹ ਸਾਰਿਆਂ ਨੂੰ ਜਾਣਦਾ ਸੀ ਉਹ। ਹਾਂਜੀ। ਬੋਲਿਓ ਕੌਣ ਕਹਾਂ ਤੇ ਆਏ, ਹਿੰਦੂ ਸੇ ਤੁਮ ਪਰੋਂ ਲਖਾਏ। ਮੁਲਾਣਾ ਕਹਿਣ ਲੱਗਾ ਜੀ ਕੌਣ ਹੋ ਤੁਸੀਂ, ਆਏ ਕਿੱਥੋਂ? ਮੈਨੂੰ ਇੰਜ ਲੱਗਦਾ ਵੀ ਤੁਸੀਂ ਹਿੰਦੂ ਨਹੀਂ ਹੈਗੇ ਨਾ, ਤੁਸੀਂ ਮੁਸਲਮਾਨ ਨਹੀਂ ਹੈਗੇ। ਮੁਲਾਣਾ ਕਹਿੰਦਾ ਕਿ ਤੁਸੀਂ ਮੈਨੂੰ ਹਿੰਦੂ ਲੱਗਦੇ ਹੋ ਤੇ ਮੁਸਲਮਾਨ ਤਾਂ ਤੁਸੀਂ ਨਹੀਂ ਹੈਗੇ ਭਾਈ। ਤੁਹਾਡਾ ਦੇਸ਼ ਕਿਹੜਾ ਹੈ? ਤੁਸੀਂ ਆਏ ਕਿੱਥੋਂ? ਹਾਂਜੀ। ਇਹ ਤੁਰਕਨ ਕੋ ਥਾਨ ਮਹਾਨਾ, ਬੈਸੋ ਨਹਿ ਤੁਮ ਕਰੋ ਪਿਆਨਾ। ਇਸ ਕਰਕੇ ਜੇ ਤੁਸੀਂ ਹਿੰਦੂ ਹੋ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਮਸੀਤ ਮੁਸਲਮਾਨਾਂ ਦੀ ਮਸੀਤ ਹੈ। ਮੁਸਲਮਾਨਾਂ ਨੇ ਆਪਣਾ ਧਰਮ ਸਥਾਨ ਬਣਾਇਆ ਤੇ ਉਹ ਆਪਣੇ ਧਰਮ ਦੀ ਪੂਜਾ ਵਾਸਤੇ, ਆਸਥਾ ਵਾਸਤੇ ਮਸਜਿਦ ਵਿੱਚ ਬੈਠੇ ਨੇ। ਇੱਥੇ ਹਿੰਦੂ ਦਾ ਕੰਮ ਕੋਈ ਨਹੀਂ ਹੈ। ਇਸ ਕਰਕੇ ਬੈਸੋ ਨੈ ਤੁਮ ਕਰੋ ਪਿਆਨਾ, ਇੱਥੇ ਨਾ ਬਵੋ, ਅੱਗੇ ਜਾਓ ਜਿੱਧਰ ਚੱਲੇ ਹੋ, ਇੱਥੋਂ ਪ੍ਰਸਥਾਨ ਕਰੋ। ਹਾਂਜੀ। ਸ਼੍ਰੀ ਨਾਨਕ ਜੀ ਬੈਨ ਉਚਾਰੇ, ਮਾਰਗ ਚਲਤੇ ਪਗ ਹਮ ਹਾਰੇ। ਸਤਿਗੁਰੂ ਕਹਿਣ ਲੱਗੇ ਮੌਲਾਨਾ ਜੀ ਚਲੇ ਜਾਵਾਂਗੇ ਜੇ ਤੁਸੀਂ ਕਹਿੰਦੇ ਹੋ ਇੱਥੇ ਨਹੀਂ ਰਹਿਣਾ ਤਾਂ, ਪਰ ਥੋੜਾ ਜਿਹਾ ਸਮਾਂ ਤੇ ਬਹਿ ਲੈਣ ਦਿਓ, ਕਿਉਂਕਿ ਅਸੀਂ ਚੱਲਦੇ 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 ਥੱਕ ਗਏ ਹਾਂ। ਅਸੀਂ ਬੜਾ ਲੰਬਾ ਸਫ਼ਰ ਕਰਕੇ ਆਏ ਹਾਂ। ਹਾਂਜੀ।
रहनो एक सरवरी सारी, गवनै होवत भोर अगारी। ਇੱਕ ਰਾਤ ਅਸੀਂ ਇੱਕ ਸਰਵਰੀ ਰਹਿਣੀ ਹੈ, ਕੱਲ ਅਸੀਂ ਨਹੀਂ ਰਹਿਣਾ। ਅੱਜ ਦੀ ਰਾਤ ਸਾਨੂੰ ਰੋਕ ਲੈਣ ਦਿਓ ਤੇ ਕੱਲ ਸਵੇਰੇ ਅਸੀਂ ਆਪਣੀ ਮੰਜ਼ਿਲ ਲਈ ਅੱਗੇ ਚਲੇ ਜਾਵਾਂਗੇ। ਹਾਂਜੀ। मुल्ला कहें रहो नह बैसे, हिंदू रहने देओ न कैसे। ਮੁੱਲਾ ਕਹਿਣ ਲੱਗਾ ਜੀ ਮਤਲਬ ਹੀ ਨਹੀਂ ਬਣਦਾ, ਹਿੰਦੂ ਦਾ ਮਸਜਿਦ ਵਿੱਚ ਕੀ ਕੰਮ ਹੈ, ਮੈਂ ਤਾਂ ਨਹੀਂ ਬਹਿਣ ਦਿਆਂਗਾ ਤੁਹਾਨੂੰ, ਰਾਤ ਰਹਿਣਾ ਤਾਂ ਦੂਰ ਦੀ ਗੱਲ, ਰਾਤ ਸੌਣਾ ਰਹਿਣਾ ਤਾਂ ਦੂਰ ਦੀ ਗੱਲ ਹੈ, ਮੈਂ ਤੇ ਤੁਹਾਨੂੰ ਦਿਨ ਵੇਲੇ ਨਾ ਇੱਥੇ ਬੈਠਣ ਦਿਆਂ, ਇਸ ਕਰਕੇ ਤੁਸੀਂ ਉਠੋ ਔਰ ਚਲੇ ਜਾਓ। आन स्थान करो गुजराना, कहाँ मान मम करो पयाना। ਇਸ ਕਰਕੇ ਕਿਸੇ ਹੋਰ ਥਾਂ ਚਲੇ ਜਾਓ, ਉੱਥੇ ਜਾ ਕੇ ਰਾਤ ਦੇ ਰਹਿਣ ਦਾ ਪ੍ਰਬੰਧ ਵੇਖੋ, ਪ੍ਰਬੰਧ ਕਰੋ, ਕਿਤੇ ਹੋਰ ਜਾ ਕੇ ਰਾਤ ਰਹਿਣ ਦਾ ਟਿਕਾਣਾ ਲੱਭੋ ਤੁਸੀਂ ਬਈ। ਕਹਾ ਮਾਨ ਮਮ ਕਰੋ ਪਿਆਨਾ, ਮੇਰੀ ਗੱਲ ਮੰਨ ਲਓ, ਸਿਆਣੇ ਬਣੋ, ਮੈਂ ਇਸ ਮਸਜਿਦ ਦਾ ਵੱਡਾ ਮੌਲਵੀ ਹਾਂ ਤੇ ਤੁਹਾਨੂੰ ਮੇਰੀ ਇੱਜ਼ਤ ਕਰਨੀ ਚਾਹੀਦੀ, ਮੇਰੀ ਗੱਲ ਮੰਨਣੀ ਚਾਹੀਦੀ ਹੈ। ਹਾਂਜੀ। आए तुरक को ऋषि उपजे हैं, बाहाँ पकड़ के तुरत उठे हैं। ਇਹ ਗੱਲ ਯਾਦ ਰੱਖਣਾ, ਅਜੇ ਮੈਂ ਗੱਲ ਤੁਹਾਡੇ ਨਾਲ ਕਰ ਰਿਹਾ, ਜੇ ਇਹ ਗੱਲ ਕਿਸੇ ਮੁਸਲਮਾਨ ਨੂੰ ਪਤਾ ਲੱਗ ਗਈ ਤੇ ਉਹਨੇ ਤੁਹਾਨੂੰ ਬਾਂਹ ਫੜ ਕੇ ਕੱਢ ਦੇਣਾ ਹੈ, ਉਹ ਬਾਂਹ ਤੋਂ ਫੜ ਕੇ ਉਠਾਏਗਾ ਤੇ ਮਸਜਿਦ ਤੋਂ ਤੁਹਾਨੂੰ ਬਾਹਰ ਛੱਡ ਆਏਗਾ, ਬਾਹਰ ਕੱਢ ਕੇ ਆਏਗਾ। हिंदू को क्या काम मसीती, उठ कर चले जाहो भल रीति। ਇਸ ਕਰਕੇ ਹਿੰਦੂ ਦਾ ਮਸਜਿਦ ਵਿੱਚ ਕੋਈ ਕੰਮ ਨਹੀਂ, ਹਿੰਦੂ ਆਪਣੇ ਮੰਦਰ ਵਿੱਚ ਜਾਵੇ, ਮੁਸਲਮਾਨਾਂ ਦੀ ਮਸਜਿਦ ਵਿੱਚ ਉਹਦਾ ਕੀ ਕੰਮ ਹੈ। ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਭਲੀ ਪ੍ਰਕਾਰ ਹੀ ਚਲੇ ਜਾਓ, ਇਸ ਗੱਲ ਵਿੱਚ ਹੀ ਠੀਕ ਹੈ। ਜਿਵੇਂ ਆਪਾਂ ਕਹਿੰਦੇ ਭਾਈ ਸੁੱਖ ਸ਼ਾਂਤੀ ਨਾਲ ਹੀ ਨਿਬੇੜ ਲਓ, ਇਹਦੇ 'ਚ ਬਖੇੜਾ ਪੈਦਾ ਕਰਨ ਦੀ ਕੀ ਲੋੜ ਹੈ। ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਵਿਗੜ ਨਹੀਂ ਪੈਣਾ ਚਾਹੀਦਾ। ਹਿੰਦੂ को क्या काम मसीती, उठ कर चले जाहो भल रीति। भली रीति अपना समान चुको ते आप ही तुर जाओ, ना तुहानू कोई बांह तो फड़ के ठावे ते ना तुहानू कोई मसीत विचों बाहर कढे। जे मम बात न मानो काई, पकड़ बाहों मैं देओ उठाई। ते जे हुण तुसी मेरी गल ना मन्नी तो फिर मेरे कोल तो इक्को ही चीज़ बाकी बची है कि बजाए मैं किसी मुसलमान नूं कवां मैं आप ही तुहानू बांह तो फड़ के उठा देना, आप ही मैं तुहानू मस्जिद तो बाहर छड्ड आउणा। हाँ जी। सुन श्री मुख बिग से गुण खानी, साथ मुलाने बोले बानी। गुरु नानक दे पिता महाराज मुस्करा पे कहन लगे, मुल्ला जी तुहानू खिचल करन दी की लोड़ है, भी पहला सानू बांह तो फड़ के उठाओगे, फिर मस्जिद तो बाहर छड्ड के आओगे। सुन श्री मुख बिगसे गुण खानी। सतगुरु हस पे, मुस्करा पे ते मुलाने दे नाल इस तरह सतगुरु जी ने अगले बचन कीते ने। हाँ जी। जे तुझ में है जोर विसाला, थिर मसीत राखो इस काला। सतगुरु कहन लगे, फिर मुल्ला जी जे तुहाडे कोल शक्ति है कि तुसी सानू बांह तो फड़ के उठा सकते हो, सानू बांह तो फड़ के तुसी मस्जिद तो बाहर कढ़ सकते हो, तो फिर इदां करो भी अपनी शक्ति दा हुण प्रगटावा करो ते हुण तुसी अपनी मसीत संभाल के रखियो, ताकि जिहड़ी तुहाडी मस्जिद है, मसीत है, ये इत्थे बनी रहे, असीं ते चली जाना है। हाँ जी। जे थिर रही न ताकू कूरा, बोलत है जैसे घट ऊरा। जै थिर रही ना तातू कूरा। अगो मुल्ला की कहंदा है,
ਮੁੱਲਾ ਕਹਿੰਦਾ ਵੀ ਵੇਖ ਹਿੰਦੂ, ਮੈਂ ਮਸੀਤ ਫੜਾਂ ਜਾਂ ਨਾ ਫੜਾਂ, ਪਰ ਜੇ ਮਸੀਤ ਇੱਥੇ ਹੀ ਰਹੀ, ਇਹ ਇੱਥੋਂ ਨਾ ਅੱਗੇ ਪਿੱਛੇ ਹੋਈ, ਤੇ ਫਿਰ ਤੂੰ ਮੰਨੇਗਾ ਵੀ ਤੂੰ ਝੂਠਾ ਹੈ। ਫਿਰ ਤੂੰ ਸਾਰਿਆਂ ਦੇ ਵਿੱਚ ਝੂਠਾ ਸਾਬਤ ਹੋਵੇਂਗਾ। ਜੇ ਥਿਰ ਰਹੀ ਨਾ ਤਾਂ ਤੂੰ ਕੂਰਾ, ਬੋਲਤ ਹੈ ਜੈਸੇ ਘਟ ਊਰਾ। ਤੇ ਬੋਲਦਾ ਐਵੇਂ ਹੈ ਜਿਵੇਂ ਊਣਾ ਘੜਾ ਬੋਲਦਾ ਹੋਵੇ, ਖਾਲੀ ਘੜਾ। ਹਾਂਜੀ। ਮੁੱਲਾ ਕਹੈ ਸਥਿਰ ਕਿਤ ਜਾਵਤ, ਇਸ ਪ੍ਰਕਾਰ ਕੈ ਮੁਝੈ ਡਰਾਵਤ। ਮੁੱਲਾ ਕਹਿਣ ਲੱਗਾ ਜੀ ਤੁਸੀਂ ਮੈਨੂੰ ਡਰਾਉਨੇ ਹੋ, ਮਸਜਿਦ ਨਹੀਂ ਕਿਤੇ ਵੀ ਜਾਂਦੀ, ਮਸੀਤ ਇੱਥੇ ਹੀ ਰਹੇਗੀ, ਤੇ ਮੈਨੂੰ ਡਰਾਉਣ ਦੀ ਖੇਚਲ ਨਾ ਕਰੋ, ਮੈਨੂੰ ਡਰਾਉਣ ਦੀ ਜ਼ਰੂਰਤ ਨਹੀਂ ਹੈ। ਹਾਂਜੀ। ਉਠਤ ਨਹੀਂ ਤੁਮ ਬਿਨ ਸਚ ਦੇਖੇ, ਕਹਿ ਅਸ ਕੀਨੋ ਕ੍ਰੋਧ ਬਿਸ਼ੇਖੇ। ਉਠਤ ਨਹੀਂ ਤੁਮ ਬਿਨ ਸੱਚ ਦੇਖੇ। ਹੁਣ ਉਹ ਫਿਰ ਕਹਿੰਦਾ ਵੀ ਤੁਸੀਂ ਉਠੋਗੇ ਨਹੀਂ ਸੱਚ ਵੇਖੇ ਤੋਂ ਬਗੈਰ। ਕਹਿ ਅਸ ਕੀਨੋ ਕ੍ਰੋਧ ਵਸ਼ੀਕੇ। ਹੁਣ ਉਸ ਮੁੱਲਾ ਨੇ ਬੜਾ ਹੀ ਗੁੱਸਾ ਕੀਤਾ ਗੁਰੂ ਨਾਨਕ ਸਾਹਿਬ ਤੇ, ਬੜਾ ਕ੍ਰੋਧ ਕੀਤਾ ਉਸਨੇ। ਹਾਂਜੀ। ਤਿਹ ਕਉ ਗੰਜਨ ਕ੍ਰੋਧ ਬਿਸਾਲਾ, ਚੜੇ ਮਸੀਤੈ ਪਰ ਤਤਕਾਲਾ। ਤਦੋਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਉੱਠ ਪਏ, ਤੇ ਉੱਠ ਕੇ ਮਸਜਿਦ ਤੋਂ ਬਾਹਰ ਨਹੀਂ ਗਏ, ਸਗੋਂ ਸਤਿਗੁਰੂ ਮਸਜਿਦ ਦੇ ਉੱਪਰ ਚੜ ਗਏ, ਮਸਜਿਦ ਦੀ ਛੱਤ ਤੇ ਚਲੇ ਗਏ, ਮਸੀਤ ਦੀ ਛੱਤ ਦੇ ਉੱਪਰ। ਹਾਂਜੀ। ਹਵੈ ਆਰੂੜੰ ਜਬੈ ਚਲਾਈ, ਠਿਠਕਿਓ ਮੁੱਲਾ ਹਿਰਦੈ ਡਰਾਈ। ਸਤਿਗੁਰੂ ਜੀ ਜਦੋਂ ਉੱਤੇ ਚੜੇ, ਉਸ ਮਸੀਤ ਦੇ ਰੂਫ ਤੇ, ਕਹਿੰਦੇ ਮਸੀਤ ਐਵੇਂ ਤੁਰ ਪਈ ਜਿਵੇਂ ਘੋੜੀ ਤੁਰਦੀ ਹੈ। ਮਸੀਤ ਹੌਲੀ ਹੌਲੀ ਤੁਰ ਪਈ। ਹਵੈ ਅਰੂੜੰਗ ਜਬੇ ਚਲਾਈ, ਤੇ ਠਿਠਕੇ ਉਹ ਮੁੱਲਾ ਹਿਰਦੇ ਡਰਾਈ। ਹੁਣ ਉਹ ਘਬਰਾ ਗਿਆ, ਇਹ ਕੀ ਬਣਿਆ? ਉਹਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਇਹ ਤੇ ਕੁਝ ਹੋਰ ਦਾ ਹੋਰ ਹੀ ਨਿਕਲ ਗਿਆ ਬਈ, ਕਿਉਂਕਿ ਕਦੇ ਇਸ ਤਰ੍ਹਾਂ ਹੁੰਦਾ ਨਹੀਂ ਨਾ ਕਦੇ ਉਹਨੇ ਇਦਾਂ ਸੋਚਿਆ ਹੋਏਗਾ ਆਪਣੀ ਜ਼ਿੰਦਗੀ ਵਿੱਚ। ਹਾਂਜੀ। ਚਕ੍ਰਿਤ ਭਏ ਦੇਖ ਨਰ ਸਾਰੇ, ਫਿਰੰਦ ਮਸੀਤੰਗ ਧਾਏ ਨਿਹਾਰੇ। ਚਕ੍ਰਿਤ ਭੈ ਦੇਖ ਨਰ ਸਾਰੇ, ਕੱਲਾ ਮੁੱਲਾ ਨਹੀਂ, ਜਿੰਨੇ ਮੁਸਲਮਾਨ ਉੱਥੇ ਹਾਜ਼ਰ ਸੀ ਸਾਰੇ ਹੀ ਚਕ੍ਰਿਤ ਹੋ ਗਏ, ਘੁੰਮ ਗਏ। ਸਭ ਦਾ ਦਿਮਾਗ ਘੁੰਮ ਗਿਆ ਵੀ ਇਹ ਕੀ ਬਣਿਆ। ਫਿਰਤ ਮਸੀਤੰਗ ਧਾਏ ਨਿਹਾਰੇ, ਸਭ ਭੱਜੇ ਫਿਰਦੇ ਨੇ, ਕੋਈ ਇਧਰ ਨੂੰ ਭੱਜਦਾ, ਕੋਈ ਇਧਰ ਨੂੰ ਭੱਜਦਾ, ਕੋਈ ਉਧਰ ਨੂੰ ਭੱਜਦਾ, ਕੋਈ ਉਧਰ ਨੂੰ ਭੱਜਦਾ। ਹਾਂਜੀ। ਕਾਬੁਲ ਕੇ ਚਹੁ ਫੇਰ ਫਿਰਾਈ, ਸੁਨ ਕਾਜੀ ਢਿਗ ਆਇਓ ਤਾਈ। ਇਸ ਤਰ੍ਹਾਂ ਉਹ ਜਿਹੜੀ ਮਸਜਿਦ ਸੀ, ਕਹਿੰਦੇ ਉਹ ਤੇ ਕਾਬਲ ਦਾ ਗੇੜਾ ਕੱਢ ਆਈ, ਤੇ ਫਿਰ ਜਿਹੜਾ ਉੱਥੋਂ ਦਾ ਕਾਜੀ ਸੀ ਨਾ ਉਹ ਭੱਜਿਆ। ਉਹ ਫਿਰ ਗੁਰੂ ਨਾਨਕ ਦੇ ਪਿਤਾ ਮਹਾਰਾਜ ਦੇ ਪ੍ਰਤੀ ਬੇਨਤੀਆਂ ਕਰਦਾ ਹੈ। ਹਾਂਜੀ। ਪੀਰ ਔਲੀਆ ਕਿਧੋਂ ਖੁਦਾਏ, ਬੰਦਹਿ ਹਾਥ ਚਰਨ ਲਪਟਾਏ। ਕਹਿਣ ਲੱਗਾ ਜੀ ਪੀਰ ਹੋ ਤੁਸੀਂ, ਕੋਈ ਔਲੀਏ ਹੋ ਤੁਸੀਂ, ਜਾਂ ਤੁਸੀਂ ਖੁਦ ਖੁਦਾ ਹੋ। ਮੈਂ ਤੁਹਾਡੇ ਪੈਰਾਂ ਤੇ ਮੱਥਾ ਟੇਕਦਾ, ਮੈਂ ਤੁਹਾਡੇ ਚਰਨਾਂ ਤੇ ਸਜਦਾ ਕਰਦਾ। ਇੱਕ ਵਾਰੀ ਮਸੀਤ ਰੋਕੋ, ਮਸੀਤ ਐਵੇਂ ਤੁਰੇ ਜਿਵੇਂ ਘੋੜੀ ਤੁਰਦੀ ਹੈ। ਹਾਂਜੀ। ਹੋਏ ਦੀਨ ਬਹੁ ਬਿਨੈ ਉਚਰਹੀ, ਲਖ ਅਜਮਤ ਔਰ ਸ਼ਰਦਾ ਧਰਹੀ। ਬੜਾ ਦੀਨ ਹੋ ਕੇ, ਗਰੀਬ ਹੋ ਕੇ ਉਹਨੇ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨੂੰ ਸਮਝ ਆ ਗਈ ਕਿ ਇਹ ਕੋਈ ਪੀਰ ਅਜਮਤਵਾਨ ਪੀਰ ਹੈ, ਇਹ ਕੋਈ ਖੁਦਾ ਦਾ ਹੀ ਕੋਈ ਰੂਪ ਹੈ, ਜਾਂ ਖੁਦ ਹੀ ਖੁਦਾ ਹੈ, ਆਪ ਹੀ ਰੱਬ ਹੈ ਇਹ।
ਇਉਂ ਉਹ ਗੁਰੂ ਦੇ ਚਰਨਾਂ ਤੇ ਲਿਪਟ ਗਿਆ, ਗੁਰੂ ਜੀ ਦੇ ਚਰਨ ਪਕੜ ਲਏ ਉਸਨੇ। ਹਾਂਜੀ। ਅਬ ਮਸੀਤ ਕੋ ਚਲਤ ਟਿਕਾਵੋ, ਹਿਤ ਖੁਦਾਏ ਨਿਜ ਦਰਸ ਦਿਖਾਵੋ। ਕਹਿਣ ਲੱਗਾ ਜੀ ਮਸੀਤ ਰੋਕ ਦਿਓ ਤੇ ਖੁਦਾ ਦਾ ਵਾਸਤਾ ਇੱਕ ਵਾਰੀ ਆਪਣੇ ਦਰਸ਼ਨ ਤਾਂ ਦਿਓ, ਪਤਾ ਤੇ ਲੱਗੇ ਤੁਸੀਂ ਹੈ ਕੌਣ ਹੋ। ਇੱਕ ਵਾਰੀ ਅਸੀਂ ਹੁਣ ਤੁਹਾਡੇ ਦਰਸ਼ਨ ਤਾਂ ਕਰੀਏ। ਇਹਦਾ ਅਰਥ ਇਹ ਹੈ ਕਿ ਜਿਸ ਮੁੱਲਾ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਬਹਿਸ ਕੀਤੀ ਹੈ, ਕੁਝ ਸ਼ਬਦ ਫਿੱਕੇ ਕੌੜੇ ਬੋਲੇ ਨੇ, ਬੋਲੇ ਤਾਂ ਉਹਨੇ ਵੇਖ ਕੇ ਹੀ ਹੋਣਗੇ, ਇਹ ਤਾਂ ਨਹੀਂ ਪਰਾਂ ਨੂੰ ਮੂੰਹ ਕਰਕੇ ਬੋਲਦਾ ਹੋਏਗਾ। ਬਸ ਇਹ ਗੱਲ ਸਿੱਖਣ ਦੀ ਲੋੜ ਹੈ। ਜਦੋਂ ਕਿਸੇ ਨੂੰ ਤੁਸੀਂ ਈਰਖਾ ਨਾਲ ਵੇਖਦੇ ਹੋ ਤੁਹਾਨੂੰ ਦੁਸ਼ਮਣ ਨਜ਼ਰ ਆਉਂਦਾ ਹੈ, ਪਿਆਰ ਨਾਲ ਵੇਖਦੇ ਹੋ ਫਿਰ ਤੁਹਾਨੂੰ ਆਪਣਾ ਕੋਈ ਨਜ਼ਰ ਆਉਂਦਾ ਹੈ, ਸ਼ਰਧਾ ਨਾਲ ਵੇਖੋਗੇ ਤੇ ਉਹੀ ਤੁਹਾਨੂੰ ਰੱਬ ਨਜ਼ਰ ਆਏਗਾ। ਹਾਂਜੀ। ਗੁਰ ਮਸੀਤ ਤਿਸ ਟਾਈ ਜਬਹੀ, ਨਗਰ ਲੋਕ ਆਵਤ ਪੇ ਤਬਹੀ। ਇਸ ਤਰ੍ਹਾਂ ਜਦੋਂ ਮਸੀਤ ਰੁਕ ਗਈ ਫਿਰ ਕਾਬਲ ਦੇ ਸਾਰੇ ਲੋਕ ਦੌੜ ਕੇ ਆਏ, ਸਭ ਆ ਕੇ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਕਰਦੇ ਨੇ। ਹਾਂਜੀ। ਧਰੈ ਉਪਾਇਨ ਬੰਧਨ ਕਰਹੀ, ਧਨ ਧਨ ਪੁਨ ਧਨ ਉਚਰਹੀ। ਮੱਥਾ ਟੇਕਦੇ ਨੇ, ਮਾਇਆ ਭੇਟਾ ਰੱਖਦੇ ਨੇ, ਪਦਾਰਥ ਭੇਟਾ ਕਰਦੇ ਨੇ ਤੇ ਗੁਰੂ ਜੀ ਦੇ ਪ੍ਰਤੀ ਧੰਨ 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 ਇਦਾਂ ਦੇ ਸ਼ਬਦ ਉਚਾਰਦੇ ਨੇ। ਹਾਂਜੀ। ਆਓ ਘੜੇ ਆਪਣੋ ਨਾਮ ਕਹਾਇਓ, ਨਾਮ ਦਾਨ ਇਸ਼ਨਾਨ ਦ੍ਰਿੜਾਇਓ। ਇੱਥੇ ਫਿਰ ਸਤਿਗੁਰੂ ਜੀ ਦਾ ਜਿਹੜਾ ਨਾਮ ਸੀ ਔਗੜ ਅਵਧੂਤ, ਇਹ ਪ੍ਰਗਟ ਹੁੰਦਾ ਹੈ। ਸਤਿਗੁਰੂ ਜੀ ਨੇ, ਜਿਹਦਾ ਅਰਥ ਹੈ ਵੀ ਜਿਹਨੇ ਸਭ ਆਪਣਾ ਘਰ-ਬਾਰ ਛੱਡਿਆ ਹੋਵੇ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਗੁਰੂ ਸਾਹਿਬ ਦੇ ਮਾਤਾ ਪਿਤਾ ਕਿੱਥੇ ਨੇ, ਕੌਣ ਨੇ, ਉਹਨਾਂ ਦਾ ਵਿਆਹ ਹੋਇਆ, ਉਹਨਾਂ ਦੀ ਸੁਪਤਨੀ ਮਹਿਲ ਕਿੱਥੇ ਨੇ, ਬੱਚੇ ਸਾਹਿਬਜ਼ਾਦੇ ਕਿੱਥੇ ਨੇ, ਕੁਛ ਨਹੀਂ ਪਤਾ। ਉਹਨਾਂ ਨੇ ਫਿਰ ਗੁਰੂ ਜੀ ਨੂੰ ਔਗੜ ਆਪਣੋ ਨਾਮ ਕਹਾਇਓ, ਇਉਂ ਕਰਕੇ ਜਾਣਿਆ ਵੀ ਇਹ ਕੋਈ ਔਗੜ ਸਾਧੂ ਹੈ। ਤੇ ਗੁਰੂ ਜੀ ਨੇ ਉਹਨਾਂ ਨੂੰ ਤਿੰਨ ਗੱਲਾਂ ਕਹੀਆਂ, ਇੱਕ ਨਾਮ ਜਪਣਾ, ਇੱਕ ਦਾਨ ਕਰਨਾ, ਇੱਕ ਇਸ਼ਨਾਨ ਕਰਨਾ। ਨਾਮ ਦਾਨ ਇਸ਼ਨਾਨ ਆਖਿਆ ਭਾਈ ਇਹ ਤਿੰਨ ਸ਼ੁਭ ਕਰਮ ਤੁਸੀਂ ਰੋਜ਼ ਕਰਨੇ ਨੇ। ਹਾਂਜੀ। ਚਰਨ ਕਮਲ ਗੁਰ ਕੋ ਜੋ ਬਾਮੂ, ਪੂੰਜੈ ਤੁਰਕ ਕਰੈ ਪਰਣਾਮੂ। ਚਰਨ ਕਮਲ ਗੁਰ ਕੇ ਜੋ ਬਾਮੂ। ਹੁਣ ਇੱਕ ਪਾਸਾ ਜਿਹੜਾ ਗੁਰੂ ਦੇ ਚਰਨਾਂ ਦਾ ਹੈ ਉਹ ਮੁਸਲਮਾਨਾਂ ਨੇ ਪਕੜ ਲਿਆ। ਦੇਖੋ ਗੁਰੂ ਜੀ ਦੇ ਦੋ ਪੈਰ ਨੇ, ਇੱਕ ਸੱਜਾ ਇੱਕ ਖੱਬਾ। ਜਿਹੜਾ ਬਾयां ਸੀ ਬਾਮੂ ਉਹ ਮੁਸਲਮਾਨਾਂ ਨੇ ਫੜ ਲਿਆ। ਇੱਕ ਪੈਰ ਤੇ ਮੁਸਲਮਾਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦੇ ਨੇ। ਹਾਂਜੀ। ਦਹਿਨੋ ਚਰਨ ਕਮਲ ਤੇ ਕਾਲਾ, ਪੂਜੈ ਹਿੰਦੂ ਪਾਓ ਬਿਸਾਲਾ। ਇਸੇ ਤਰ੍ਹਾਂ ਜਿਹੜਾ ਸੱਜੇ ਪਾਸੇ ਦਾ ਪੈਰ ਸੀ ਉਹ ਹਿੰਦੂਆਂ ਨੇ ਪੂਜਣਾ ਸ਼ੁਰੂ ਕਰ ਦਿੱਤਾ, ਉਧਰ ਹਿੰਦੂ ਮੱਥਾ ਟੇਕਦੇ ਨੇ। ਖੱਬੇ ਪਾਸੇ ਮੁਸਲਮਾਨ, ਸੱਜੇ ਪਾਸੇ ਹਿੰਦੂ। ਸਤਿਗੁਰੂ ਦੇ ਦੋਵਾਂ ਚਰਨਾਂ ਦੀ ਪੂਜਾ ਹੋਈ ਉੱਥੇ। ਇੱਕ ਪਾਸੇ ਹਿੰਦੂਆਂ ਨੇ ਮੱਥਾ ਟੇਕਿਆ, ਇੱਕ ਪਾਸੇ ਮੁਸਲਮਾਨਾਂ ਨੇ ਆ ਕੇ ਨਮਸਕਾਰਾਂ ਕੀਤੀਆਂ। ਹਾਂਜੀ। ਸਭਿਨ ਕੋ ਦੀਨੋ ਉਪਦੇਸ਼ਾ, ਭਜਹੁ ਨਾਮ ਤਜ ਜਗਤ ਕਲੇਸ਼ਾ। ਸਤਿਗੁਰੂ ਜੀ ਨੇ ਸਭ ਨੂੰ ਉਪਦੇਸ਼ ਦਿੱਤਾ ਕਿ ਭਾਈ ਇੱਕ ਹੀ ਕੰਮ ਕਰੋ, ਕਿ ਰੱਬ ਦੀ ਬੰਦਗੀ ਕਰੋ। ਬਾਕੀ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਦੂਜੀਆਂ ਨੇ। ਜਿਵੇਂ ਆਪਾਂ ਗੁਰਦੁਆਰੇ ਆਉਂਦੇ ਆ, ਮੁਸਲਮਾਨ ਮਸਜਿਦ ਵਿੱਚ ਜਾਂਦੇ ਨੇ, ਹਿੰਦੂ ਮੰਦਿਰ ਵਿੱਚ ਜਾਂਦੇ ਨੇ, ਈਸਾਈ ਚਰਚ ਵਿੱਚ ਜਾਂਦੇ ਨੇ। ਅਸੀਂ ਇੱਥੇ ਆ ਕੇ ਮੱਥਾ ਟੇਕਦੇ ਹਾਂ, ਉਹ ਉੱਥੇ ਜਾ ਕੇ ਨਮਾਜ਼ ਪੜ੍ਹਦੇ ਨੇ।
ਉਹ ਉੱਥੇ ਜਾ ਕੇ ਟਲ ਖੜਕਾਉਂਦੇ ਨੇ, ਉਹ ਜਾ ਕੇ ਚਰਚ ਵਿੱਚ ਪ੍ਰੇਅਰ ਕਰਦੇ ਨੇ, ਆਪਣੇ ਇੱਥੇ ਕੀਰਤਨ ਹੁੰਦਾ ਹੈ, ਕਥਾ ਹੁੰਦੀ, ਪਾਠ ਹੁੰਦਾ ਹੈ, ਅਰਦਾਸ ਹੁੰਦੀ ਹੈ, ਮੁੱਖ ਵਾਕ ਹੁੰਦਾ ਹੈ। ਹੁਣ ਇਹ ਕੁਝ ਧਰਮ ਦੇ ਕਰਮ ਨੇ, ਵੱਖਰੇ ਵੱਖਰੀਆਂ ਥਾਵਾਂ ਤੇ ਵੱਖਰੇ ਵੱਖਰੇ ਤਰੀਕੇ ਨਾਲ ਕੀਤੇ ਜਾਂਦੇ ਨੇ, ਪਰ ਇਹਨਾਂ ਸਾਰੇ ਧਰਮਾਂ ਕਰਮਾਂ ਦਾ ਤਾਤਪਰਜ ਕੀ ਹੈ? ਤਾਤਪਰਜ ਇਹ ਹੈ ਵੀ ਉੱਠਦਿਆਂ ਬਹਿੰਦਿਆਂ ਰੱਬ ਨੂੰ ਯਾਦ ਰੱਖਣਾ ਚਾਹੀਦਾ ਹੈ, ਭੁੱਲਣਾ ਨਹੀਂ ਚਾਹੀਦਾ। ਰੱਬ ਦੇ ਭੈ ਵਿੱਚ ਰਹਿਣਾ ਚਾਹੀਦਾ, ਹਰ ਕੰਮ ਰੱਬ ਨੂੰ ਮੁੱਖ ਰੱਖ ਕੇ ਕਰਨਾ ਚਾਹੀਦਾ। ਜਦੋਂ ਰੱਬ ਚੇਤੇ ਹੋਏਗਾ ਤਾਂ ਤੁਸੀਂ ਗਲਤ ਕੰਮ ਕਰੋਗੇ ਹੀ ਨਹੀਂ। ਜਦੋਂ ਰੱਬ ਚੇਤੇ ਹੋਏਗਾ ਤੇ ਹਰ ਚੰਗਾ ਕੰਮ ਤੁਸੀਂ ਭੱਜ ਕੇ ਕਰੋਗੇ। ਹਾਂਜੀ। ਅੰਤ ਕਾਲ ਮਹਿ ਹੋਏ ਸਹਾਈ, ਕਰੇ ਜੇ ਕਲ ਮਲ ਦੇਹ ਮਿਟਾਈ। ਸਤਿਗੁਰੂ ਕਹਿਣ ਲੱਗੇ ਰੱਬ ਦੀ ਬੰਦਗੀ ਕਰੋ, ਅੰਤ ਸਮੇਂ ਤੁਹਾਡੀ ਮਦਦ ਕਰੇਗੀ। ਜ਼ਿੰਦਗੀ ਵਿੱਚ ਵੀ ਤੁਹਾਡੇ ਕੋਲੋਂ ਭੁੱਲ ਹੋ ਜਾਏ, ਪਾਪ ਹੋ ਜਾਏ, ਤੇ ਇੱਕ ਬੰਦਗੀ ਹੈ ਰੱਬ ਦੀ ਜਿਹੜੀ ਤੁਹਾਨੂੰ ਬਖਸ਼ਵਾ ਸਕਦੀ ਹੈ। ਜੇ ਅਸੀਂ ਕੀ ਹੈ ਨਾ ਵੀ ਪਾਪ ਕੀਤੇ, ਤੀਰਥਾਂ ਤੇ ਇਸ਼ਨਾਨ ਕੀਤੇ ਉਤਰ ਜਾਣਗੇ, ਇਹ ਨਹੀਂ ਹੋ ਸਕਦਾ। ਅਗਰ ਇੱਦਾਂ ਉਤਰਦੇ ਤੇ ਜੋ ਕੁਝ ਅੱਜ ਲੋਕ ਕਰਦੇ ਨੇ ਇਹ ਇਹੀ ਤੁਰਿਆ ਆਉਣਾ ਸੀਗਾ। ਅੱਜ ਲੋਕਾਂ ਦੀ ਇਹੀ ਜਮਾ ਘਟਾਓ ਹੈ ਕਿ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਲੋਕ ਪਾਪ ਕਰਦੇ ਨੇ, ਕਾਮੀ, ਕ੍ਰੋਧੀ, ਲੋਭੀ, ਮੋਹੀ, ਹੰਕਾਰੀ ਬਣ ਕੇ, ਫਿਰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਸੋਚਦੇ ਨੇ ਵੀ ਪਾਪ ਤਾਂ ਉਤਰ ਗਏ। ਪਹਿਲਾਂ ਕੀਤੇ, ਫਿਰ ਤੀਰਥਾਂ ਤੇ ਜਾ ਕੇ ਸੋਚਿਆ ਵੀ ਖਤਮ ਹੋ ਗਏ। ਹੁਣ ਜਦੋਂ ਖਤਮ ਹੋ ਗਏ ਤੇ ਬੰਦੇ ਨੂੰ ਚਲਾਕੀ ਸੁੱਝ ਗਈ। ਉਹ ਕਹਿੰਦਾ ਵੀ ਇਹ ਤਾਂ ਕੰਮ ਹੀ ਸੌਖਾ ਹੈ, ਇੱਦਾਂ ਪਾਪ ਕਰ ਲਓ, ਇੱਦਾਂ ਬਖਸ਼ਾ ਲਓ ਤੇ ਬਹੁਰ ਕਮਾਵੇ ਹੋਏ ਨਿਸ਼ੰਕ। ਫਿਰ ਬੰਦਾ ਫ੍ਰੀ ਮਾਈਂਡ, ਫ੍ਰੀ ਹੈਂਡ, ਬਿਨਾ ਡਰ, ਬਿਨਾ ਖੌਫ, ਫਿਰ ਬੰਦਾ ਪਾਪੀ ਬਣ ਜਾਂਦਾ ਹੈ, ਕਰੀ ਜਾਂਦਾ ਹੈ ਪਾਪ। ਜੇ ਉਹਨੂੰ ਕਿਸੇ ਨੇ ਕਿਹਾ, ਕਹਿੰਦਾ ਮੈਨੂੰ ਪਤਾ ਹੈ ਗੰਗਾ ਇਸ਼ਨਾਨ ਕਰਾਂਗੇ ਉਤਰ ਜਾਣਗੇ। ਸਤਿਗੁਰੂ ਕਹਿੰਦੇ ਇੱਦਾਂ ਨਹੀਂ ਉਤਰਦੇ। ਕਿ ਪੰਜਾਂ ਦੇ ਵਸ ਵਿੱਚ ਤੁਸੀਂ ਗਲਤੀਆਂ ਕਰੋ ਤੇ ਤੀਰਥਾਂ ਤੇ ਜਾ ਕੇ ਨਹਾ ਕੇ ਤੁਸੀਂ ਕਹੋ ਜੀ ਖਤਮ ਹੋ ਗਈਆਂ, ਨਹੀਂ, ਇੱਦਾਂ ਨਹੀਂ ਹੁੰਦਾ। ਰੱਬ ਦਾ ਵਿਧਾਨ ਇਹ ਹੈ ਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਤੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੀਜੈ ਸੰਤ ਸੇਵ ਮਨ ਲਾਈ, ਤਿਨ ਕੇ ਬਚਨ ਸੁਨਤ ਸੁਖ ਪਾਈ। ਜਿਹੜੇ ਰੱਬ ਦੇ ਭਗਤ ਹੋਣ ਉਹਨਾਂ ਦੀ ਸੇਵਾ ਕਰਨੀ ਹੈ, ਤੇ ਰੱਬ ਦੇ ਭਗਤਾਂ ਦੇ ਚਰਨ ਨਹੀਂ ਪੂਜਣੇ। ਸਾਡੀ ਗਲਤੀ ਹੈ ਕਿ ਅਸੀਂ ਬੰਦੇ ਦੀ ਵੀ ਮੂਰਤੀ ਬਣਾ ਲੈਂਦੇ ਹਾਂ। ਜਿਵੇਂ ਮੂਰਤੀ ਦੀ ਪੂਜਾ ਕਰ ਦਿੱਤੀ ਉਵੇਂ ਬੰਦੇ ਦੀ ਵੀ ਪੂਜਾ ਕਰ ਦਿੱਤੀ। ਨਹੀਂ, ਜੇ ਰੱਬ ਦਾ ਮਿਲੇ ਸੰਤ, ਕੀਜੈ ਸੰਤ ਸੇਵ ਮਨ ਲਾਈ, ਤਿਨ ਕੇ ਬਚਨ ਸੁਣਤ ਸੁਖ ਪਾਈ। ਤੇ ਉਹਨਾਂ ਨੂੰ ਕਹੋ ਸੰਤ ਜੀ ਬਚਨ ਸੁਣਾਓ, ਸੰਤ ਜੀ ਸਿੱਖਿਆ ਦਿਓ, ਸੰਤ ਜੀ ਉਪਦੇਸ਼ ਦਿਓ। ਜਦੋਂ ਕੋਈ ਸੰਤ ਮਿਲੇ ਨਾ ਤੇ ਸੰਤ ਮਿਲੇ ਕਿਛ ਸੁਣੀਏ ਕਹੀਏ, ਕੁਝ ਬੋਲੋ ਕੁਝ ਸੁਣੋ। ਹੁਣ ਕਹੋ ਮਹਾਰਾਜ ਜੀ ਕੋਈ ਰੱਬ ਦੇ ਘਰ ਦੀ ਗੱਲ ਸੁਣਾਓ। ਹਾਂਜੀ। ਹਿਰਦੈ ਵਿਚਾਰ ਕਮਾਵੈ ਸੋ, ਤਬ ਹੋਵੈ ਸੁਖ ਲੋਕ ਕਹਿ ਦੋ। ਜਦੋਂ ਫਿਰ ਉਹਨਾਂ ਬਚਨਾਂ ਨੂੰ ਤੁਸੀਂ ਕਮਾਓਗੇ, ਸੁਣ ਲੈਣਾ ਹੀ ਵੱਡੀ ਗੱਲ ਨਹੀਂ ਹੈ। ਸੰਤਾਂ ਦੇ ਬਚਨ ਸੁਣਨਾ ਪਹਿਲੀ ਗੱਲ ਹੈ। ਜੇ ਤੁਸੀਂ ਉਹਨਾਂ ਬਚਨਾਂ ਨੂੰ ਕਮਾਵੋਗੇ, ਹਿਰਦੇ ਵਿਚਾਰ ਕਮਾਵੈ ਸੋ, ਤਬ ਹੋਵੈ ਸੁਖ ਲੋਕੈ ਦੋ। ਫਿਰ ਤੁਹਾਨੂੰ ਦੋ ਲੋਕਾਂ ਦੇ ਸੁੱਖ ਮਿਲਣਗੇ। ਹਾਂਜੀ। ਕਿਤਕ ਦਿਵਸ ਰਹਿ ਕੈ ਜਗਤੇਸ਼ਾ, ਨਾਮ ਜਪਨ ਕੋ ਦੇ ਉਪਦੇਸ਼ਾ। ਕੁਝ ਦਿਨ ਸਤਿਗੁਰੂ ਕਾਬਲ ਵਿੱਚ ਰਹੇ, ਸਭ ਨੂੰ ਨਾਮ ਦਾ, ਦਾਨ ਦਾ, ਇਸ਼ਨਾਨ ਦਾ
ਉਪਦੇਸ਼ ਦਿੱਤਾ। ਹਾਂਜੀ, ਵਿਦਾ ਹੋਏ ਤਿਨ ਤੇ ਗੁਣ ਖਾਨੀ, ਆਨ ਥਾਨ ਗਮਨੇ ਸੁਖ ਦਾਨੀ। ਇੱਥੋਂ ਫਿਰ ਸਤਿਗੁਰੂ ਅੱਗੇ ਵਿਦਾ ਹੋਏ, ਕੁਝ ਸਮਾਂ ਇੱਥੇ ਰੁਕੇ, ਫਿਰ ਉੱਥੋਂ ਸਤਿਗੁਰੂ ਜੀ ਅੱਗੇ ਪ੍ਰਸਥਾਨ ਕੀਤਾ ਹੈ। ਹਾਂਜੀ, ਕਵ ਸੰਤੋਖ ਸਿੰਘ ਜਾਚੈ ਦਾਨਾ, ਸਤ ਨਾਮ ਦੇਵੋ ਦੁਖ ਹਾਨਾ। ਤੇ ਕਵੀ ਜੀ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੋਂ ਦਾਨ ਮੰਗਦਾ, ਵੀ ਦਾਤਾ ਸਾਰਿਆਂ ਦੀਆਂ ਝੋਲੀਆਂ ਭਰਦਾ, ਮੇਰੀਆਂ ਵੀ ਗਰੀਬ ਦੀਆਂ ਭਰ ਦੇ। ਸਾਰਿਆਂ ਨੂੰ ਨਾਮ ਦਾਨ ਇਸ਼ਨਾਨ ਦੇਣਾ, ਮੈਨੂੰ ਵੀ ਦੇ। ਮੈਂ ਵੀ ਸਵੇਰੇ ਉੱਠਾਂ ਤੇ ਇਸ਼ਨਾਨ ਕਰਾਂ, ਨਾਮ ਜਪਾਂ ਤੇ ਦੂਜਿਆਂ ਨੂੰ ਵੀ ਦਾਨ ਕਰਾਂ। ਇਹ ਵੱਡਾ ਦਾਨ ਹੈ। ਜੈਸੇ ਸਾਤ ਮੰਦਰ ਕੰਚਰ ਕੇ ਉਸਾਰ ਦੀਨੇ, ਤੈਸੋ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਅਸੀਂ ਸੋਚਦੇ ਵੀ ਕਿਸੇ ਨੂੰ ਡਾਲਰ ਰੁਪਈਏ ਦੇ ਦਿਓ, ਵੱਡਾ ਦਾਨ ਹੈ। ਨਾ, ਸ਼ਬਦ ਦਾ ਦਾਨ ਬਹੁਤ ਵੱਡਾ ਹੈ। ਆਪ ਬਾਣੀ ਪੜ੍ਹੋ, ਦੂਜੇ ਨੂੰ ਕਹੋ ਤੂੰ ਵੀ ਪੜ੍ਹ। ਆਪ ਵਾਹਿਗੁਰੂ ਜਪੋ, ਦੂਜੇ ਨੂੰ ਕਹੋ ਵੀ ਤੂੰ ਵੀ ਜਪ। ਅਗਰ ਤੁਸੀਂ ਦੂਜੇ ਨੂੰ ਪ੍ਰੇਰਣਾ ਕਰਦੇ ਹੋ ਤੇ ਦੂਜੇ ਨੂੰ ਨਾਮ ਜਪਾਉਣ ਵਾਲਾ ਆਦਮੀ ਇੰਨਾ ਦਾਨ ਕਰਦਾ ਜਿਵੇਂ ਸੋਨੇ ਦੇ 7 ਮੰਦਰ ਬਣਾ ਦਈਏ ਤੇ ਮੰਨਿਆ ਜਾਏ ਵੀ ਇਹਨੇ ਬੜਾ ਵੱਡਾ ਦਾਨ ਕੀਤਾ। ਇੱਕ ਸੋਨੇ ਦਾ ਮੰਦਰ ਨਹੀਂ, 2 ਨਹੀਂ, 3 ਨਹੀਂ, 4 ਨਹੀਂ, 5 ਨਹੀਂ, 6 ਨਹੀਂ, 7 ਮੰਦਰਾਂ ਦੇ ਬਰਾਬਰ ਉਹਦਾ ਦਾਨ ਮੰਨਿਆ ਜਾਏਗਾ। ਹਾਂਜੀ, ਸ਼੍ਰੀ ਸਤਿਗੁਰ ਕੇ ਸ਼ਬਦ ਮਹਿ, ਰਚੇ ਜੇ ਸਿੱਖ ਸੁਖ ਸੰਗ। ਗੁਰੂ ਦੇ ਬਚਨਾਂ ਦੇ ਵਿੱਚ ਰੰਗੇ ਰਚੇ ਉਹ ਕੌਣ ਗੁਰਸਿੱਖ ਨੇ ਭਾਈ, ਜਿਹੜੇ ਦਿਨ ਰਾਤ ਹੀ ਇਸ ਰੰਗ ਵਿੱਚ ਰੰਗੇ ਰਹਿੰਦੇ ਨੇ। ਹਾਂਜੀ, ਤਿੰਨ ਚਰਨਨ ਪਰ ਬੰਦਨਾ, ਕਰੋ ਸਦਾ ਸੋ ਉਮੰਗ। ਇਹੋ ਜਿਹੇ ਜਿਹੜੇ ਗੁਰਸਿੱਖ ਹੋਣ, ਕਹਿੰਦੇ ਮੈਂ ਉਹਨਾਂ ਦੇ ਪੈਰਾਂ ਤੇ ਮੱਥਾ ਟੇਕਦਾ, ਉਹਨਾਂ ਦੇ ਚਰਨਾਂ ਤੇ, ਵੀ ਤੁਸੀਂ ਇੰਨੀ ਕਮਾਈ ਕਰ ਲਈ, ਤੁਸੀਂ ਇਸ ਕਦਰ ਗੁਰੂ ਦੇ ਪਿਆਰ ਵਿੱਚ ਰੰਗੇ ਗਏ ਭਾਈ। ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ, ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਮੈਂ ਆਪਣੇ ਵਿੱਚ ਉਤਸ਼ਾਹ ਪੈਦਾ ਕਰਦਾ, ਉਮੰਗ, ਇੱਛਾ। ਕਾਹਦੇ ਲਈ? ਤਾਂ ਕਿ ਅਗਲੀ ਕਥਾ ਲਿਖੀ ਜਾ ਸਕੇ, ਅਗਲੀ ਕਥਾ ਸ਼ੁਰੂ ਕੀਤੀ ਜਾ ਸਕੇ। ਹਾਂਜੀ, ਸ਼੍ਰੀ ਅੰਗਦ ਸੁਨੀਏ ਗੁਣ ਭਵਨੰ, ਆਗੈ ਕੀਨ ਗੁਰੂ ਪੁਨ ਗਵਨੰ। ਹੇ ਗੁਰੂ ਅੰਗਦ ਸਾਹਿਬ, ਅਗਲੀ ਕਥਾ ਸੁਣੋ ਕਿ ਇੱਥੋਂ ਸਤਿਗੁਰੂ ਪਿਤਾ ਫਿਰ ਅੱਗੇ ਚੱਲੇ ਨੇ। ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੋਂ ਫਿਰ ਅੱਗੇ ਪ੍ਰਸਥਾਨ ਕਰਦੇ ਨੇ। ਹਾਂਜੀ, ਜਾਤ ਪੰਥ ਮੈਂ ਖੇਤ ਨਿਹਾਰਾ, ਪਾਕੇ ਚਨੇ ਖਰੇ ਇੱਕ ਸਾਰਾ। ਅੱਗੇ ਗਏ ਤੇ ਕੀ ਵੇਖਿਆ? ਇੱਕ ਚਣਿਆਂ ਦਾ ਖੇਤ, ਜਿਹੜੇ ਛੋਲੇ ਹੁੰਦੇ ਨੇ ਉਹਨਾਂ ਦੀ ਖੇਤੀ। ਆਪਾਂ ਤੇ ਸ਼ਹਿਰੀ ਲੋਕ ਸਿਰਫ ਚਣੇ ਵੇਖਦੇ ਆ, ਛੋਲੇ ਵੇਖਦੇ ਆ। ਭੁੱਜੇ ਮਿਲ ਗਏ ਜਾਂ ਸਬਜ਼ੀ ਬਣਾਉਣ ਵਾਸਤੇ ਕੱਚੇ ਮਿਲ ਗਏ। ਕਿਤਨਾ ਕਿਤੇ ਤੇ ਇਹਦੀ ਖੇਤੀ ਹੁੰਦੀ ਹੋਏਗੀ ਨਾ, ਕਿ ਜਿੱਥੇ ਖੇਤ ਵਿੱਚ ਉਹ ਪੌਦੇ ਬੀਜੇ ਜਾਂਦੇ ਹੋਣਗੇ ਜਿਨ੍ਹਾਂ ਦੇ ਵਿੱਚ ਇਹ ਛੋਲਿਆਂ ਦਾ ਅਨਾਜ ਪੈਦਾ ਹੁੰਦਾ ਹੋਏਗਾ। ਕਵੀ ਜੀ ਨੇ ਉਸ ਖੇਤ ਦਾ ਜ਼ਿਕਰ ਕੀਤਾ ਕਿ ਇੱਥੇ ਗੁਰੂ ਨਾਨਕ ਦੇ ਪਿਤਾ ਮਹਾਰਾਜ ਜਦੋਂ ਪਹੁੰਚਦੇ ਨੇ ਤੇ ਕੀ ਵੇਖਦੇ ਨੇ? ਉੱਥੇ ਚਣਿਆਂ ਦੀ, ਛੋਲਿਆਂ ਦੀ ਖੇਤੀ ਹੈ। ਹਾਂਜੀ, ਭਿਖ ਮਰਦਾਨੇ ਹਿਰਦੈ ਲੁਭਾਇਆ, ਸ਼੍ਰੀ ਨਾਨਕ ਸੰਗ ਬੈਨ ਅਲਾਇਆ। ਭਾਈ ਮਰਦਾਨੇ ਨੇ ਛੋਲਿਆਂ ਦੀ, ਚਣਿਆਂ ਦੀ ਖੇਤੀ ਵੇਖੀ ਤੇ ਮਨ ਵਿੱਚ ਲਾਲਚ ਪੈਦਾ ਕਰ ਲਿਆ ਕਿ ਕਿਉਂ ਨਾ ਹੋਵੇ ਵੀ ਇਹਨਾਂ ਬੂਟਿਆਂ ਨੂੰ, ਇਹ ਜਿਹਨੂੰ ਛੋਲੀਆ ਕਹਿੰਦੇ ਆ, ਉਹ ਲੱਗਿਆ ਹੋਇਆ। ਉਹਨਾਂ ਪੌਦਿਆਂ ਦੇ ਵਿੱਚ
ਇਹ ਚਣਿਆਂ ਦੇ ਦਾਣੇ ਪੈਦਾ ਹੋ ਚੁੱਕੇ ਸਨ। ਹਾਂਜੀ। खेत चनन को बहु फल लाग्यो, हित चाबन मम मन अनुराग्यो। ਹੁਣ ਇਹ ਜਿਹੜੀ ਚਣਿਆਂ ਦੀ ਖੇਤੀ ਹੈ, ਜਦੋਂ ਇਹਦੇ ਵਿੱਚ ਚਣੇ ਪੈਦਾ ਹੋ ਜਾਂਦੇ ਨੇ ਨਾ ਡੋਡੀਆਂ ਜੀਆਂ 'ਚ, ਤੇ ਬੜੇ ਸਾਰੇ ਲੋਕ ਫਿਰ ਉਹ ਹਰਾ ਛੋਲੀਆ ਕੱਢ ਕੇ ਤੇ ਉਹਦੀ ਸਬਜ਼ੀ ਬਣਾਉਂਦੇ ਨੇ, ਬੜੀ ਸਵਾਦ ਬਣਦੀ ਹੈ। ਕਈ ਉਹਨੂੰ ਕੱਚਾ ਹੀ ਖਾ ਲੈਂਦੇ ਨੇ ਤੇ ਕਈ ਇਹਦੀਆਂ ਫਿਰ ਹੋਲਾਂ ਬਣਾ ਲੈਂਦੇ ਨੇ। ਕਿ ਇਹ ਇਸੇ ਤਰ੍ਹਾਂ ਹੀ ਹਰੇ ਬੂਟੇ ਪੁੱਟੇ ਚਣੇ ਦੇ ਤੇ ਅੱਗ ਦੇ ਵਿੱਚ ਭੁੰਨ ਲੈ। ਹੁਣ ਉਹਦਾ ਸਵਾਦ ਬਿਲਕੁਲ ਹੀ ਵੱਖਰਾ ਹੈ, ਆਪਣਾ ਹੀ ਹੈ। ਜੇ ਇੱਦਾਂ ਹੋਲਾਂ ਬਣਾ ਲਈਆਂ ਜਾਣ ਤਾਂ। ਹਾਂਜੀ। आयस देहो सबूट उखारों, एठा अगन जगाए सवारों। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਜੇ ਤੁਸੀਂ ਕਿਰਪਾ ਕਰੋ, ਆਗਿਆ ਦਿਓ, ਤੇ ਮੈਂ ਕੋਈ 2-4 ਬੂਟੇ ਛੋਲਿਆਂ ਦੇ ਪੁੱਟ ਕੇ ਇੱਥੇ ਅੱਗ ਬਾਲ ਕੇ ਤੇ ਮੈਂ ਉਹਨਾਂ ਨੂੰ ਭੁੰਨ ਕੇ ਹੋਲਾਂ ਬਣਾ ਕੇ ਖਾ ਲਵਾਂ। ਸਵਾਦ ਬੜੀਆਂ ਹੁੰਦੀਆਂ ਨੇ। ਵੇਖੋ, ਇਹ ਵੀ ਕੁਦਰਤ ਦੀ ਇੱਕ ਇਹ ਵੀ ਕਲਾ ਹੈ। ਨਹੀਂ ਤਾਂ ਹਰੇ ਪੌਦੇ ਤਾਂ ਹੋਰ ਵੀ ਬੜੇ ਹੁੰਦੇ ਨੇ, ਅਨਾਜ ਤਾਂ ਬਹੁਤ ਤਰ੍ਹਾਂ ਦਾ ਪੈਦਾ ਹੁੰਦਾ ਹੈ। ਤੋ ਅੱਜ ਸਮਾਂ ਸਮਾਪਤ ਹੈ। ਸਤਿਗੁਰ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ।